ਚੱਕ ਦੇ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਸੁਖ ਬੱਟੀਵਾਲ ਲੈ ਕੇ ਹਾਜ਼ਰ ਹਾਂ ਅੱਜ ਦੀਆਂ ਤਾਜ਼ਾ ਤਰੀਨ ਖਬਰਾਂ। ਆਓ ਇੱਕ ਨਜ਼ਰ ਮਾਰਦੇ ਹਾਂ ਸੁਰਖੀਆਂ ਵੱਲ। ਹਰਪਾਲ ਚੀਮਾ ਨੇ ਨਵਜੋਤ ਸਿੱਧੂ ਨੂੰ ਆਪ 'ਚ ਸ਼ਾਮਲ ਹੋਣ ਦਾ ਦਿੱਤਾ ਸੱਦਾ। ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਸਾਹਿਤਕ ਸਮਰਾਏ ਦਾ ਮੁੱਦਾ ਭਖਿਆ। ਕਾਂਗਰਸੀ ਕਾਉਂਸਲਰ ਦੇ ਭਰਾ ਵੱਲੋਂ ਕੀਤੀ ਕਰਤੂਤ ਤੇ ਵਿਰੋਧੀਆਂ ਨੇ ਪਾਈਆਂ ਲਾਹਣਤਾਂ। ਸੁਨੀਲ ਜਾਖੜ ਦੇ ਉੱਡੇ ਹੋ ਸਨੀ ਦਿਓਲ ਪਹੁੰਚੇ ਗੁਰਦਾਸਪੁਰ। ਹੁਣ ਖਬਰਾਂ ਵਿਸਤਾਰ ਨਾਲ। ਅੱਜ ਜਲੰਧਰ ਦੇ ਡੀਸੀ ਦਫ਼ਤਰ ਦੇ ਬਾਹਰ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਦਬਾਬਾ ਜ਼ੋਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਡੱਲੀ ਵੱਲੋਂ ਆਪਣੇ ਸਾਥੀਆਂ ਦੇ ਨਾਲ ਰਲ ਕੇ ਫਤਿਹਵੀਰ ਮੌਤ ਮਾਮਲੇ ਨੂੰ ਲੈ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਤੇ ਖੂਬ ਪੜਾਸ ਕੱਢੀ। ਫਤਿਹ ਦੀ ਮੌਤ ਨੇ ਪੂਰੇ ਪੰਜਾਬ ਨੂੰ ਝੰਜੋੜ ਕੇ ਰੱਖ ਦਿੱਤਾ ਹੈ, ਜਿਸ ਕਾਰਨ ਫਤਿਹ ਦੇ ਚਾਹੁਣ ਵਾਲਿਆਂ ਦਾ ਗੁੱਸਾ 7ਵੇਂ ਆਸਮਾਨ ਤੇ ਹੈ। ਜਿਸ ਦੇ ਚੱਲਦੇ ਜਲੰਧਰ ਵਿਖੇ ਡੀਸੀ ਦਫ਼ਤਰ ਦੇ ਬਾਹਰ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਦੁਆਬਾ ਜ਼ੋਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਡੱਲੀ ਵੱਲੋਂ ਆਪਣੇ ਸਾਥੀਆਂ ਦੇ ਨਾਲ ਰਲ ਕੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਉਹਨਾਂ ਨੇ ਕਿਹਾ ਕਿ ਮਾਸੂਮ ਫਤਿਹਵੀਰ ਸਿੰਘ ਦੀ ਸਰਕਾਰ ਅਤੇ ਪ੍ਰਸ਼ਾਸਨ ਦੀ ਲਾਪਰਵਾਹੀ ਕਾਰਨ ਮੌਤ ਕਰਕੇ ਕੈਪਟਨ ਅਮਰਿੰਦਰ ਸਿੰਘ ਦੀ ਹੇਠ ਚੱਲ ਰਹੀ ਕਾਂਗਰਸ ਸਰਕਾਰ ਫਤਿਹਵੀਰ ਦੀ ਮੌਤ ਦੀ ਜ਼ਿੰਮੇਵਾਰ ਹੈ। ਉਹਨਾਂ ਨੇ ਕਿਹਾ ਕਿ ਜੇਕਰ ਸਮੇਂ ਸਿਰ ਪ੍ਰਸ਼ਾਸਨ ਫਤਿਹਵੀਰ ਸਿੰਘ ਨੂੰ ਬੋਰਵੈਲ ਚੋਂ ਬਾਹਰ ਕੱਢਣ ਵਿੱਚ ਕਾਮਯਾਬ ਹੋ ਜਾਂਦਾ ਅਤੇ ਅੱਜ ਮਾਸੂਮ ਫਤਿਹਵੀਰ ਆਪਣੀ ਮਾਂ-ਬਾਪ ਦੀ ਗੋਦ ਵਿੱਚ ਖੇਡ ਰਿਹਾ ਹੋਣਾ ਸੀ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਪੂਰਾ ਪਰਿਵਾਰ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੇ ਨਾਲ ਖੜਾ ਹੈ। ਅਸੀਂ ਅੱਜ ਫਤਿਹਵੀਰ ਸਿੰਘ ਜਿਹੜਾ ਕੁਝ ਦਿਨ ਪਹਿਲਾਂ ਇੱਕ ਬਹੁਤ ਦਰਦਨਾਕ ਹਾਦਸਾ ਹੋਇਆ ਉਹਦੇ ਸੰਬੰਧੀ ਅੱਜ ਅਸੀਂ ਪ੍ਰੋਟੈਸਟ ਰੱਖਿਆ ਸੀਗਾ, ਜਿਹੜਾ ਕੈਪਟਨ ਸਰਕਾਰ ਤੇ ਪ੍ਰਸ਼ਾਸਨ ਦੀਆਂ ਜਿਹੜੀਆਂ ਨਾਕਾਮੀਆਂ ਆ ਉਹ ਦਰਸਾਉਂਦਾ ਹੈ। ਤੇ ਇਸੇ ਸਬੰਧ ਦੇ ਵਿੱਚ ਅਸੀਂ ਐਸਓਵਾਈ ਦੁਆਬਾ ਜ਼ੋਨ ਦੇ ਸਮੂਹ ਵਰਕਰਾਂ ਨੇ ਤੇ ਲੀਡਰਾਂ ਨੇ ਪੁਤਲਾ ਫੂਕ ਕੇ ਰੋਸ ਜ਼ਾਹਿਰ ਕੀਤਾ ਆ। ਦੇਖੋ 120 ਫੁੱਟ ਦਾ ਬੋਰ ਤੇ 120 ਘੰਟੇ ਤੋਂ ਜ਼ਿਆਦਾ ਸਮਾਂ ਲੱਗ ਗਿਆ ਤੇ ਇੱਕ ਮਾਸੂਮ ਬੱਚਾ ਜਿਹੜਾ ਇਹਨਾਂ ਤੋਂ ਬੋਰ ਦੇ ਵਿੱਚੋਂ ਨਹੀਂ ਕੱਢਿਆ ਗਿਆ, ਕਿਹਦੀ ਗਲਤੀ ਹੈ? ਅਗਰ ਮਸ਼ੀਨਰੀ ਪੂਰੀ ਨਹੀਂ ਸੀ ਤਾਂ ਇਹਨਾਂ ਨੂੰ ਪਹਿਲਾਂ ਮੰਗਵਾਉਣੀ ਚਾਹੀਦੀ ਸੀ। ਅਗਰ ਕੈਪੇਬਲ ਬੰਦੇ ਨਹੀਂ ਸੀ ਤਾਂ ਉਹ ਵੀ ਮੰਗਵਾਉਣੇ ਚਾਹੀਦੇ ਸੀ। ਆਰਮੀ ਦੀ ਲੋੜ ਸੀ ਤਾਂ ਆਰਮੀ ਨੂੰ ਕਹਿਣਾ ਚਾਹੀਦਾ ਸੀ। ਅਗਰ ਇੰਨੇ ਪ੍ਰਬੰਧ ਹੋਣ ਦੇ ਬਾਵਜੂਦ, ਦੇਸ਼ ਦੇ ਵਿੱਚ ਇੰਨਾ ਕੁਝ ਹੋਣ ਦੇ ਬਾਵਜੂਦ, ਸੂਬੇ ਵਿੱਚ ਇੰਨੀ ਮਸ਼ੀਨਰੀ ਹੋਣ ਦੇ ਬਾਵਜੂਦ ਅਗਰ ਇੱਕ ਬੱਚੇ ਨੂੰ ਅਸੀਂ 120 ਫੁੱਟ ਬੋਰ ਦੇ ਵਿੱਚੋਂ ਕੱਢ ਨਹੀਂ ਸਕਦੇ ਤਾਂ ਸਿਰਫ ਤੇ ਸਿਰਫ ਸਰਕਾਰ ਦੀ ਖਾਮੀਆਂ ਕਰਕੇ ਤੇ ਪ੍ਰਸ਼ਾਸਨ ਦੀ ਨਲਾਇਕੀ ਦੇ ਕਰਕੇ ਕੰਮ ਹੋਇਆ। ਇਹਨਾਂ ਨੂੰ ਚਾਹੀਦਾ ਸੀਗਾ ਕਿ ਰਹਿੰਦੇ ਸਮੇਂ ਵਿੱਚ ਨੰਬਰ ਬਣਾਉਣ ਦੀ ਬਜਾਏ ਜਾਂ ਰਾਸ਼ਟਰਪਤੀ ਮੈਡਲ ਲੈਣ ਦੇ ਕੋਸ਼ਿਸ਼ਾਂ ਕਰਨ ਦੀ ਬਜਾਏ ਇੱਕ ਨੰਨੇ ਜਾਨ ਨੂੰ ਜਿਹੜਾ ਕਿਸੇ ਮਾਂ ਦੀ ਅੱਖ ਦਾ ਤਾਰਾ ਸੀਗਾ ਉਹਨੂੰ ਅਸੀਂ ਜੀਂਦੇ ਜਾਗਦੇ ਉਹਨਾਂ ਦੇ ਹੱਥਾਂ ਦੇ ਵਿੱਚ ਦਿੰਦੇ ਤਾਂ ਕਿ ਉਹਨਾਂ ਦੇ ਖੁਸ਼ੀ ਹੁੰਦੀ। ਪੰਜਾਬ ਦੇ ਵਿੱਚ ਵੈਸੇ ਵੀ ਜਿਹੜੀ ਅਮਨ ਕਾਨੂੰਨ ਦੀ ਸਥਿਤੀ ਹੈ ਉਹਦਾ ਵੈਸੇ ਹੀ ਬਹੁਤ ਬੁਰਾ ਹਾਲ ਹੋ ਚੁੱਕਾ। 2-2 ਸਾਲ ਦੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੋ ਰਹੇ ਆ। ਇਹ ਸਰਕਾਰਾਂ ਦਾ ਇਹ ਕੰਮ ਹੁੰਦਾ? ਸਰਕਾਰਾਂ ਦਾ ਕੰਮ ਹੁੰਦਾ ਹੈ ਅਮਨ ਕਾਨੂੰਨ ਨੂੰ ਬਰਕਰਾਰ ਰੱਖਣਾ। ਸਰਕਾਰਾਂ ਦਾ ਕੰਮ ਹੁੰਦਾ ਹੈ ਹਰ ਇੱਕ ਆਮ ਨਾਗਰਿਕ ਦੀ ਰੱਖਿਆ ਕਰਨੀ, ਤੇ ਇਹਦੇ ਵਿੱਚ ਤਾਂ ਕਾਂਗਰਸ ਸਰਕਾਰ ਜਮਾਂ ਹੀ ਫੇਲ ਹੋ ਗਈ। ਅਸੀਂ ਨਹੀਂ ਗੱਲ ਕਰਦੇ ਨੌਜਵਾਨਾਂ ਨਾਲ ਵਾਅਦਿਆਂ ਦੀ ਤੇ ਹੋਰ ਗੱਲਾਂ ਦੀ, ਪਰ ਇੱਕ ਆਮ ਨਾਗਰਿਕ ਦੀ ਰੱਖਿਆ, ਇੱਕ ਅਮਨ ਕਾਨੂੰਨ ਦੀ ਸਥਿਤੀ, ਉਹ ਤਾਂ ਉਹਦਾ ਪ੍ਰਬੰਧ ਪੁਖਤਾ ਹੋਣਾ ਚਾਹੀਦਾ ਕਿ ਨਹੀਂ ਚਾਹੀਦਾ? ਪਹੁੰਚੇ ਵੀ ਨਹੀਂ। ਬਹੁਤ ਸ਼ਰਮਨਾਕ ਗੱਲ ਹੈ। ਅਸੀਂ ਇਹੀ ਕਹਿ ਸਕਦੇ ਹਾਂ, ਬਹੁਤ ਸ਼ਰਮਨਾਕ ਗੱਲ ਹੈ। ਇੱਕ ਸੂਬੇ ਦਾ ਮੁਖੀ ਇੱਕ ਪਰਿਵਾਰ ਦੇ ਮੁਖੀ ਵਾਂਗ ਹੁੰਦਾ। ਇੱਕ ਸੂਬੇ ਦੇ ਮੁਖੀ ਦਾ ਫਰਜ਼ ਬਣਦਾ ਅਗਰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅੜਚਨ ਸੂਬੇ ਦੇ ਕਿਸੇ ਵੀ ਵਿਅਕਤੀ ਨੂੰ ਆ ਰਹੀ ਹੈ ਤੇ ਜਿਹਦੇ ਵਿੱਚ ਦੇਸ਼ ਵਿਦੇਸ਼ ਦੇ ਸਾਰੇ ਲੋਕਾਂ ਦਾ ਹਿਰਦਾ ਵਿਲੁੰਗੜਿਆ ਗਿਆ, ਉਹਦੇ ਲਈ ਇੱਕ ਟਵੀਟ ਬਹੁਤ ਵੱਡੀ ਗੱਲ ਹੈ। ਇਹਨਾਂ ਨੂੰ ਚਾਹੀਦਾ ਸੀਗਾ, ਛੁੱਟੀਆਂ ਤਾਂ ਬਾਅਦ 'ਚ ਵੀ ਮਨਾਈਆਂ ਜਾ ਸਕਦੀਆਂ, ਪਹਾੜਾਂ 'ਚ ਤਾਂ ਬਾਅਦ 'ਚ ਵੀ ਘੁੰਮਿਆ ਜਾ ਸਕਦਾ। ਇਹਨਾਂ ਨੂੰ ਚਾਹੀਦਾ ਸੀ ਮੌਕੇ 'ਤੇ ਆਉਂਦੇ, ਪਰਿਵਾਰ ਦੇ ਨਾਲ ਦੁੱਖ ਦੀ ਘੜੀ ਵਿੱਚ ਉਹਨਾਂ ਦਾ ਸਾਥ ਦਿੰਦੇ, ਉਹਨਾਂ ਨਾਲ ਦੁੱਖ ਸਾਂਝਾ ਕਰਦੇ। ਕੈਪਟਨ ਸਾਹਿਬ ਤਾਂ ਨਹੀਂ, ਉਹਨਾਂ ਤੋਂ ਤਾਂ ਆਸ ਵੀ ਨਹੀਂ ਰੱਖਦੇ। ਉਹਨਾਂ ਨੂੰ ਵੈਸੇ ਪਹਾੜਾਂ 'ਚ ਘੁੰਮਣ ਦਾ ਬਹੁਤ ਸ਼ੌਂਕ ਹੈ। ਜੇ ਪਹਾੜਾਂ 'ਚ ਘੁੰਮਣਾ ਹੀ ਤਾਂ ਸੀਐਮ ਕਾਹਤੋਂ ਬਣੇ? ਨਾ ਇਲੈਕਸ਼ਨ ਲੜਦੇ, ਤੁਸੀਂ ਉੱਥੇ ਕੋਠੀ ਲੈ ਲੈਂਦੇ, ਰਹਿ ਲੈਂਦੇ। ਕੈਪਟਨ ਸਾਹਿਬ ਤਾਂ ਨਹੀਂ, ਇਹਨਾਂ ਦੇ ਕੋਈ ਵਜ਼ੀਰ ਵੀ, ਕਿਸੇ ਵਜ਼ੀਰ ਨੇ ਵੀ ਜ਼ਰੂਰੀ ਨਹੀਂ ਸਮਝਿਆ ਕਿ ਅਸੀਂ ਜਾ ਕੇ ਪਰਿਵਾਰ ਦੇ ਨਾਲ ਦੁੱਖ ਸਾਂਝਾ ਕਰੀਏ, ਔਖੀ ਘੜੀ ਵਿੱਚ ਪਰਿਵਾਰ ਦਾ ਸਾਥ ਦਈਏ। ਇਹਨਾਂ ਦੇ ਆਪਣੇ ਕੋਲ ਨਿੱਜੀ ਕੰਮਾਂ ਤੋਂ ਵੇਲ ਨਹੀਂ ਸੀ, ਜਾਂ ਆਪਣੇ ਕਿਹੜੇ ਕੰਮਾਂ 'ਚ ਲੱਗੇ ਸੀ, ਇਹਦਾ ਜਵਾਬ ਤਾਂ ਇਹੀ ਦੇ ਸਕਦੇ ਆ। ਫਿਰ ਬਿਆਨ ਦਿੰਦੇ ਫਿਰਦੇ ਆ ਕਿ ਇਹ ਸਾਰਾ ਜਿਹੜਾ ਵੀ ਹਾਦਸਾ ਹੋਇਆ ਇਹ ਪਰਿਵਾਰ ਦੀ ਗਲਤੀ ਦੇ ਨਾਲ ਹੋਇਆ।
ਸ਼ਰਮ ਹੋਣੀ ਚਾਹੀਦੀ। ਕਾਂਗਰਸ ਵਾਲਿਓ ਸ਼ਰਮ ਹੋਣੀ ਚਾਹੀਦੀ ਆ। ਕੈਪਟਨ ਸਾਹਿਬ ਤੁਹਾਡੀ ਸਰਕਾਰ ਦੇ ਵਜ਼ੀਰ ਹੋਣ, ਮੇਨ ਵਜ਼ੀਰ ਹੋਣ, ਸ਼ਰਮ ਹੋਣੀ ਚਾਹੀਦੀ ਇਹੋ ਜਿਹੇ ਬਿਆਨ ਦਿੰਦੇ ਹੋਏ, ਜਿੱਥੇ ਸਾਰੀ ਦੇਸ਼ ਦੁਨੀਆ ਦਾ ਦਿਲ ਰੋ ਰਿਹਾ ਤੇ ਤੁਹਾਡੇ ਵਜ਼ੀਰ ਇਦਾਂ ਦੇ ਬਿਆਨ ਦਿੰਦੇ ਹੋਣ। ਇਹਨਾਂ ਤੋਂ ਕਿਰਪਾ ਕਰਕੇ ਅਸਤੀਫਾ ਲਓ ਨੈਤਿਕਤਾ ਦੇ ਆਧਾਰ ਤੇ, ਤਾਂ ਜੋ ਅੱਗੇ ਤੋਂ ਇਦਾਂ ਦੇ ਬਿਆਨ ਜਿਹੜੇ ਲੋਕਾਂ ਦੇ ਦਿਲਾਂ ਨੂੰ ਠੇਸ ਦਿੰਦੇ ਉਹ ਨਾ ਦੇਣ। ਜੂਨ 1984 ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਅਕਾਲ ਤਖਤ ਸਾਹਿਬ ਦੇ ਸਮੇਂ ਦੀ ਕੇਂਦਰੀ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਬੇਸ਼ੁਮਾਰ ਸਰਮਾਇਆ ਚੋਰੀ ਹੋ ਗਿਆ ਸੀ, ਜਿਸ ਦੀ ਵਾਪਸੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਲੰਮੇ ਅਰਸੇ ਤੋਂ ਸਰਕਾਰ ਤੋਂ ਮੰਗ ਕਰ ਰਹੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਸਾਹਿਤਕ ਸਰਮਾਇਆ ਕੇਂਦਰ ਸਰਕਾਰ ਅਤੇ ਫੌਜ ਵੱਲੋਂ ਅਜੇ ਤੱਕ ਵੀ ਵਾਪਸ ਨਾ ਕੀਤੇ ਜਾਣ ਦਾ ਮੁੜ ਦਾਅਵਾ ਕੀਤਾ ਜਾ ਰਿਹਾ ਹੈ। ਜੂਨ 1984 ਵਿੱਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਮੇਂ ਦੀ ਕੇਂਦਰੀ ਕਾਂਗਰਸ ਸਰਕਾਰ ਵੱਲੋਂ ਕੀਤੇ ਗਏ ਫੌਜੀ ਹਮਲੇ ਦੌਰਾਨ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਬੇਸ਼ੁਮਾਰ ਸਰਮਾਇਆ ਵੀ ਚੋਰੀ ਕਰ ਲਿਆ ਗਿਆ ਸੀ, ਜਿਸ ਦੀ ਵਾਪਸੀ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਲੰਮੇ ਅਰਸੇ ਤੋਂ ਸਰਕਾਰ ਵੱਲੋਂ ਮੰਗ ਕਰਦੀ ਆ ਰਹੀ ਹੈ। ਪਰ ਹਾਲ ਹੀ 'ਚ ਮੀਡੀਆ ਦੇ ਕੁਝ ਹਿੱਸਿਆਂ ਵਿੱਚ ਖਬਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ ਕਿ ਕੇਂਦਰ ਸਰਕਾਰ ਵੱਲੋਂ ਲਾਇਬ੍ਰੇਰੀ ਦਾ ਸਮੂਹ ਸਰਮਾਇਆ ਵਾਪਸ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੀ ਗੰਭੀਰਤਾ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੇ ਨਿਰਦੇਸ਼ਾਂ ਅਨੁਸਾਰ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਲਾਇਬ੍ਰੇਰੀ ਨਾਲ ਸੰਬੰਧਿਤ ਰਹੇ ਮੌਜੂਦਾ ਅਤੇ ਸਾਬਕਾ ਅਧਿਕਾਰੀਆਂ ਦੀ ਇਕੱਤਰਤਾ ਬੁਲਾਈ ਸੀ। ਹੋਈ ਇਸ ਇਕੱਤਰਤਾ ਦੌਰਾਨ ਸੰਬੰਧਿਤ ਅਧਿਕਾਰੀਆਂ ਨਾਲ ਲੰਮੇ ਵਿਚਾਰ ਵਟਾਂਦਰੇ ਮਗਰੋਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾਕਟਰ ਰੂਪ ਸਿੰਘ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦਾ ਚੁਰਾਇਆ ਗਿਆ ਅਨਮੋਲ ਸਰਮਾਇਆ ਪੂਰਨ ਰੂਪ ਵਿੱਚ ਸ਼੍ਰੋਮਣੀ ਕਮੇਟੀ ਨੂੰ ਵਾਪਸ ਨਹੀਂ ਕੀਤਾ ਗਿਆ। ਇਸੇ ਦੌਰਾਨ ਡਾਕਟਰ ਰੂਪ ਸਿੰਘ ਨੇ ਦੱਸਿਆ ਕਿ ਕਰੜੀ ਘਟਨਾ ਤੋਂ ਬਾਅਦ ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਨਵੇਂ ਸਿਰਿਓਂ ਆਬਾਦ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਰਿਕਾਰਡ ਮੁਤਾਬਿਕ ਲਾਇਬ੍ਰੇਰੀ ਵਿੱਚ 24,999 ਪੁਸਤਕਾਂ, 560 ਹੱਥ ਲਿਖਤ ਪਾਵਨ ਸਰੂਪ ਅਤੇ 1398 ਹੱਥ ਲਿਖਤ ਪੋਥੀਆਂ ਮੌਜੂਦ ਹਨ। ਸਾਨੂੰ 205 ਸ੍ਰੀ ਗੁਰੂ ਗ੍ਰੰਥ ਸਾਹਿਬ ਅਨੁਸਾਰ ਵਾਪਸ ਆਏ ਨੇ, 807 ਪੁਸਤਕਾਂ ਵਾਪਸ ਆਈਆਂ ਨੇ, ਅਖਬਾਰਾਂ ਵਾਪਸ ਆਈਆਂ ਨੇ, ਕੇਵਲ ਇੱਕ ਹੁਕਮਨਾਮਾ ਵਾਪਸ ਆਇਆ ਵਾ। ਪਾਵਨ ਹੱਥ ਲਿਖਤ ਸਰੂਪ ਜਿਹੜੇ ਆ ਸਾਨੂੰ ਅੱਜ ਤੱਕ ਸਰਕਾਰ ਨੇ ਵਾਪਸ ਨਹੀਂ ਕੀਤੇ, ਜਦੋਂ ਕਿ ਲਿਸਟ ਅਨੁਸਾਰ 205 ਸਰੂਪ ਸਾਨੂੰ ਦਿੱਤੇ ਆ। ਫਿਰ 11,107 ਕਿਤਾਬਾਂ, ਬੇਸ਼ੁਮਾਰ ਜਿਹੜੀਆਂ ਕਿਤਾਬਾਂ ਸੀ, ਹੱਥ ਲਿਖਤ ਸਾਹਿਤ ਸੀ ਸਾਡਾ। ਰੈਫਰੈਂਸ ਲਾਇਬ੍ਰੇਰੀ ਦਾ ਮਤਲਬ ਇਹ ਹੁੰਦਾ ਕਿ ਇਹਦੇ ਨਾਲ ਦੀ ਦੂਜੀ ਕਿਤਾਬ ਕਿਸੇ ਹੋਰ ਲਾਇਬ੍ਰੇਰੀ 'ਚ ਨਹੀਂ ਹੈਗੀ। ਉਹ ਕਿਤਾਬਾਂ ਸਾਨੂੰ ਵਾਪਸ ਨਹੀਂ ਆਈਆਂ। ਡਾਕਟਰ ਰੂਪ ਸਿੰਘ ਅਨੁਸਾਰ ਹੋਈ ਇਕੱਤਰਤਾ ਵਿੱਚ 21 ਮੌਜੂਦਾ ਤੇ ਸਾਬਕਾ ਅਧਿਕਾਰੀ ਸ਼ਾਮਲ ਹੋਏ। ਇਕੱਤਰਤਾ ਦੀ ਸਮੁੱਚੀ ਆਡੀਓ ਤੋਂ ਵੀਡੀਓ ਦੀ ਰਿਕਾਰਡਿੰਗ ਵੀ ਕੀਤੀ ਗਈ। ਇੰਚਾਰਜ 28, ਡਾਇਰੈਕਟਰ 2 ਤੇ ਲਾਇਬ੍ਰੇਰੀਅਨ ਜਿਹੜੇ ਨੇ ਉਹ 8 ਰਹਿ ਚੁੱਕੇ ਨੇ। ਇਸ ਲੰਬੇ ਪੀਰੀਅਡ ਦੇ ਵਿੱਚ ਇਹਨਾਂ ਸਕੱਤਰ ਸਾਹਿਬਾਨ ਨੂੰ ਅਸੀਂ ਬੇਨਤੀ ਕਰਕੇ ਅੱਜ ਬੁਲਾਇਆ ਸੀ, ਜਿਹਦੇ ਵਿੱਚ ਸਰਦਾਰ ਅਨੁਰਾਗ ਸਿੰਘ ਨੂੰ ਬੇਨਤੀ ਕਰਕੇ ਬੁਲਾਇਆ ਸੀ, ਕਿਉਂਕਿ ਇਹਨਾਂ ਵੱਲੋਂ ਵੀ ਸਾਨੂੰ ਇਹ ਸ਼ਿਕਾਇਤ ਕੀਤੀ ਗਈ ਸੀ ਇਹ ਲਾਇਬ੍ਰੇਰੀ ਦੇ ਬਾਰੇ 'ਚ, ਤੇ ਸਕੱਤਰ ਸਾਹਿਬ ਨੂੰ ਬੁਲਾਇਆ ਗਿਆ ਸੀ। ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਜੀ ਵਿਦਾਂਤੀ, ਜਿਨ੍ਹਾਂ ਬਾਰੇ ਵੀ ਸੋਸ਼ਲ ਮੀਡੀਆ ਤੇ ਅਖਬਾਰਾਂ 'ਚ ਚਰਚਾ ਹੋਈ ਸੀ, ਉਹਨਾਂ ਨੂੰ ਬੇਨਤੀ ਕੀਤੀ ਸੀ, ਉਹ ਵੀ ਸ਼ਾਮਲ ਹੋਏ ਨੇ। ਆਮ ਆਦਮੀ ਪਾਰਟੀ ਦੇ ਲੀਡਰ ਅਤੇ ਵਿਰੋਧੀ ਪੱਖ ਦੇ ਨੇਤਾ ਹਰਪਾਲ ਚੀਮਾ ਨੇ ਨਵਜੋਤ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਖੁੱਲ੍ਹਾ ਸੱਦਾ ਦਿੱਤਾ। ਇਸ ਮੌਕੇ ਉਹਨਾਂ ਨੇ ਕਾਂਗਰਸ ਨੂੰ ਵੀ ਖੂਬ ਰਗੜੇ ਲਗਾਏ। ਜਦੋਂ ਤੋਂ ਨਵਜੋਤ ਸਿੰਘ ਸਿੱਧੂ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਚ ਤਕਰਾਰ ਸ਼ੁਰੂ ਹੋਈ ਹੈ, ਉਦੋਂ ਤੋਂ ਹੀ ਹਰ ਵਿਰੋਧੀ ਪਾਰਟੀ ਸਿੱਧੂ ਨੂੰ ਆਪਣੇ ਵੱਲ ਖਿੱਚਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ। ਹਰ ਕੋਈ ਉਹਨਾਂ ਨੂੰ ਆਪਣੇ ਨਾਲ ਆਉਣ ਦਾ ਸੱਦਾ ਦੇ ਰਿਹਾ ਹੈ। ਕੁਝ ਇਸੇ ਤਰ੍ਹਾਂ ਦਾ ਸੱਦਾ ਹੁਣ ਨਵਜੋਤ ਸਿੰਘ ਸਿੱਧੂ ਨੂੰ ਦਿੱਤਾ ਹੈ ਆਮ ਆਦਮੀ ਪਾਰਟੀ ਦੇ ਲੀਡਰ ਤੇ ਵਿਰੋਧੀ ਪੱਖ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ। ਜੀ ਹਾਂ, ਲੋਕ ਸਭਾ ਚੋਣਾਂ 'ਚ ਮਾੜੇ ਪ੍ਰਦਰਸ਼ਨ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ ਚਿੰਤਨ ਕਰਨ ਲਈ ਅੱਜ ਲੁਧਿਆਣਾ ਵਿਖੇ ਇੱਕ ਬੈਠਕ ਦਾ ਪ੍ਰਬੰਧ ਕੀਤਾ ਗਿਆ। ਦੇਸ਼ ਵਿੱਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਸਣੇ ਆਮ ਆਦਮੀ ਪਾਰਟੀ ਪੰਜਾਬ ਦੀ ਲੀਡਰਸ਼ਿਪ ਮੌਜੂਦ ਰਹੀ। ਇਸ ਮੌਕੇ ਜਿੱਥੇ ਉਹਨਾਂ ਪੰਜਾਬ ਦੀ ਕਾਨੂੰਨ ਵਿਵਸਥਾ ਦੇ ਸਵਾਲ ਚੁੱਕੇ, ਉੱਥੇ ਹੀ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਸੱਦਾ ਵੀ ਦਿੱਤਾ। ਦੇਖੋ, ਉਹਨਾਂ ਦੇ ਅੱਲੇ ਪੱਲੇ ਕੁਝ ਨਹੀਂ ਹੈਗਾ। ਇੱਕ ਮਹੱਲਾ ਪਾਰਟੀ ਦੇ ਆਗੂ ਨੇਗੇ, ਇੱਕ ਦੀ ਹਜੇ ਤੱਕ ਪਾਰਟੀ ਦਾ ਪ੍ਰਧਾਨ ਹੀ ਨਹੀਂ ਹੈਗਾ। ਲੋਕਾਂ ਨੂੰ ਜ਼ਮਾਨਤ ਜ਼ਬਤ ਕਰਾਤੀ, ਲੋਕਾਂ ਨੇ ਦੱਸਤਾ ਜਿਹੜੇ ਲੋਕਾਂ ਨੇ ਆਮ ਆਦਮੀ ਪਾਰਟੀ ਤੋੜਨ ਦੀ ਕੋਸ਼ਿਸ਼ ਕੀਤੀ ਸੀ, ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ, ਸਿਰ ਦੇ ਲੋਕਾਂ ਨੇ, ਇਮਾਨਦਾਰ ਲੋਕਾਂ ਨੇ, ਉਹਨਾਂ ਲੋਕਾਂ ਨੇ ਜ਼ਮਾਨਤਾਂ ਜ਼ਬਤ ਕਰਾ ਦਿੱਤੀਆਂ। ਸੋ ਇਹੋ ਜਿਹੇ ਬਹੁਤ ਸਾਰੇ ਲੋਕ ਫਿਰਦੇ ਨੇ ਜਿਨ੍ਹਾਂ ਦਾ ਆਪਦਾ ਕੋਈ ਘਰ ਨਹੀਂ ਹੈਗਾ, ਦੂਜੇ ਦੇ ਘਰ 'ਚ ਪਾੜ ਲਾਉਣ ਦੀ ਕੋਸ਼ਿਸ਼ ਕਰਦੇ ਨੇ। ਸੋ ਮੈਂ ਸਮਝਦਾ ਨਵਜੋਤ ਸਿੱਧੂ ਲਈ ਜਿਹੜਾ
ਮੇਨ ਪਲੇਟਫਾਰਮ ਆ ਉਹ ਆਮ ਆਦਮੀ ਪਾਰਟੀ ਆ। ਸੋ ਉਹਨਾਂ ਨੂੰ ਬੇਨਤੀ ਕਰਦੇ ਕਿ ਆਮ ਆਦਮੀ ਪਾਰਟੀ ਜੁਆਇਨ ਕਰਨ। ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਲੁਧਿਆਣਾ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਮੁਕਤਸਰ 'ਚ ਇੱਕ ਔਰਤ ਨਾਲ ਕਾਂਗਰਸੀ ਕਾਉਂਸਲਰ ਦੇ ਭਰਾ ਵੱਲੋਂ ਕੀਤੀ ਕੁੱਟਮਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨੀ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਆ। ਇਸ ਮੌਕੇ ਉਹਨਾਂ ਨੇ ਬਿਜਲੀ ਦਰਾਂ ਦੇ ਮਾਮਲੇ ਨੂੰ ਲੈ ਕੇ ਦੁਬਾਰਾ ਚੁੱਕਣ ਦੀ ਗੱਲ ਵੀ ਕੀਤੀ। ਲੁਧਿਆਣਾ 'ਚ ਮੀਡੀਆ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਲੁਧਿਆਣਾ ਦੇ ਜਿਹੜੇ ਖੇਤਰ ਵਿੱਚ ਆਮ ਆਦਮੀ ਪਾਰਟੀ ਪਿਛੜੀ ਹੈ ਉਸ ਦੇ ਚਿੰਤਨ ਲਈ ਅੱਜ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਇਸ ਮੌਕੇ ਹਰਪਾਲ ਸਿੰਘ ਚੀਮਾ ਨੇ ਬਿਜਲੀ ਦੀਆਂ ਵਧੀਆਂ ਦਰਾਂ ਨੂੰ ਲੈ ਕੇ ਵੀ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਦਿੱਲੀ ਦੀ ਤਰਜ਼ ਤੇ ਬਿਜਲੀ ਦੀਆਂ ਕੀਮਤਾਂ ਵਿੱਚ ਕਟੌਤੀ ਕਰਨੀ ਚਾਹੀਦੀ ਹੈ। ਉਹਨਾਂ ਕਿਹਾ ਕਿ ਜਲਦੀ ਹੀ ਆਮ ਆਦਮੀ ਪਾਰਟੀ ਬਿਜਲੀ ਅੰਦੋਲਨ ਵੀ ਸ਼ੁਰੂ ਕਰੇਗੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਬਿਜਲੀ ਮਹਿਕਮੇ ਦੇ ਸੁਧਾਰ ਲਈ ਵਿਭਾਗ ਦਾ ਕਾਰਜਕਾਲ ਸੰਭਾਲ ਲੈਣਾ ਚਾਹੀਦਾ ਹੈ ਤੇ ਆਮ ਆਦਮੀ ਪਾਰਟੀ ਉਹਨਾਂ ਦਾ ਸਮਰਥਨ ਕਰੇਗੀ। ਦੇਖੋ, ਆਮ ਆਦਮੀ ਪਾਰਟੀ ਨੇ ਪਹਿਲਾਂ ਵੀ ਇੱਕ ਅੰਦੋਲਨ ਛੇੜਿਆ ਸੀ, ਬਿਜਲੀ ਅੰਦੋਲਨ, ਉਹ ਇਲੈਕਸ਼ਨ ਦੇ ਆਉਣ ਕਰਕੇ ਰੁਕ ਗਿਆ ਸੀਗਾ। ਹੁਣ ਇਸ ਤੋਂ ਬਾਅਦ ਸਾਡੀ ਰੂਪਰੇਖਾ ਤਿਆਰ ਹੋ ਰਹੀ ਆ। ਅਮਨ ਅਰੋੜਾ ਜੀ ਨੇ ਕੱਲ੍ਹ ਚਿੱਠੀ ਵੀ ਲਿਖੀ ਹੈ ਸੀਐਮ ਸਾਹਿਬ ਨੂੰ। ਅਸੀਂ ਬੜੀ ਜਲਦੀ ਜਿਹੜੀ ਉਹ ਰੂਪਰੇਖਾ ਲੋਕਾਂ 'ਚ ਲੈ ਕੇ ਆ ਰਹੇ ਹਾਂ। ਬੜੀ ਜਲਦੀ ਜਿਹੜਾ ਬਿਜਲੀ ਦਾ ਅੰਦੋਲਨ ਪੰਜਾਬ ਵਿੱਚ ਇੱਕ ਵਾਰ ਫੇਰ ਖੜਾ ਕਰ ਰਹੇ ਹਾਂ, ਕਿਉਂਕਿ ਮੈਂ ਬਾਰ-ਬਾਰ ਕਹਿ ਰਿਹਾ 25 ਸਾਲ ਜਿਹੜੇ ਆਉਣ ਵਾਲੇ 25 ਸਾਲ ਲੋਕਾਂ ਦੇ ਉੱਤੇ ਐਡਾ ਵੱਡਾ ਆਰਥਿਕ ਬੋਝ ਪੈਣਾਗਾ। ਇੱਕ ਤਾਂ ਉਹ ਆ, ਦੂਜਾ ਬਿਜਲੀ ਦੇ ਬਿੱਲ ਲਗਾਤਾਰ ਵਧਾਏ ਜਾ ਰਹੇ ਨੇ। ਪੰਜਾਬ ਬਿਜਲੀ ਪੈਦਾ ਕਰਦਾ, ਪੰਜਾਬ ਸੂਬਾ ਬਿਜਲੀ ਪੈਦਾ ਕਰਦਾ, ਇੱਥੇ ਬਿਜਲੀ 70 ਰੁਪਏ ਤੋਂ ਲੈ ਕੇ 12 ਰੁਪਏ ਪ੍ਰਤੀ ਯੂਨਿਟ ਆ। ਔਰ ਦਿੱਲੀ ਜਿਹੜਾ ਸੂਬਾ ਗਾ ਉਹ ਬਿਜਲੀ ਖਰੀਦਦਾਗਾ, ਦੂਜੇ ਸੂਬਿਆਂ ਤੋਂ ਬਿਜਲੀ ਖਰੀਦਦਾ। ਉੱਥੇ ਕਿੰਨੀ ਆ? 200 ਯੂਨਿਟ ਤੱਕ 1 ਰੁਪਈਆ, 400 ਯੂਨਿਟ ਤੱਕ 2.25 ਰੁਪਏ। ਜਦੋਂ ਇੰਨੀਆਂ ਘਟਾ ਸਕਦੇ ਨੇ ਤਾਂ ਪੰਜਾਬ 'ਚ ਕਿਉਂ ਨਹੀਂ ਹੋ ਸਕਦਾ? ਇਸ ਗੱਲ ਨੂੰ ਲੈ ਕੇ ਬਹੁਤ ਵੱਡਾ ਅੰਦੋਲਨ ਸ਼ੁਰੂ ਕਰਾਂਗੇ। ਮੈਂ ਸਮਝਦਾ ਸਿੱਧੂ ਸਾਹਿਬ ਨੂੰ ਮਹਿਕਮਾ ਸੰਭਾਲਣਾ ਚਾਹੀਦਾ। ਉਹ ਜਿਹੜੇ ਐਗਰੀਮੈਂਟ ਕੀਤੇ ਹੋਏ ਨੇ ਉਹਨਾਂ ਦਾ ਰਿਵਿਊ ਕਰਾਉਣਾ ਚਾਹੀਦਾ, ਉਹਨਾਂ ਦਾ ਆਡਿਟ ਕਰਾਉਣਾ ਚਾਹੀਦਾ, ਉਹਨਾਂ ਤੇ ਜਾ ਕੇ ਦੁਬਾਰੇ ਮੈਂ ਸਮਝਦਾ ਰੱਦ ਕਰਨਾ ਚਾਹੀਦਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲੇ। 25 ਸਾਲ ਆਉਣ ਵਾਲੇ 25 ਸਾਲ ਦੇ ਐਗਰੀਮੈਂਟ ਨਹੀਂ ਉਹ 25 ਸਾਲ ਆਮ ਆਦਮੀ ਪਾਰਟੀ ਮੰਨਦੀ ਹੈ ਕਿ 70,000 ਕਰੋੜ ਰੁਪਏ ਦਾ ਵਾਧੂ ਵਜਨ ਪੰਜਾਬ ਦੇ ਲੋਕਾਂ ਤੇ ਪਊਗਾ। ਪਰ ਲੇਕਿਨ ਸਰਕਾਰ ਦਾ ਨੁਮਾਇੰਦਾ, ਸਰਕਾਰ ਦਾ ਜਿਹੜਾ ਇਸ ਟਾਈਮ ਸਾਬਕਾ ਵਜ਼ੀਰ, ਉਹ ਕਿੰਨੇ ਮੰਨਦੇ ਨੇ? 62,500 ਕਰੋੜ ਰੁਪਏ। ਇਹਦਾ ਮਤਲਬ ਪੰਜਾਬ ਦੇ ਲੋਕਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ 25 ਸਾਲ ਲਗਭਗ ਵਜਨ ਪੈਣਾਗਾ। ਜੇ ਸਰਕਾਰ ਨੂੰ ਪਤਾ ਹੈਗਾ, ਕੈਪਟਨ ਸਾਹਿਬ ਨੂੰ ਪਤਾ ਹੈਗਾ, ਫਿਰ ਸਿੱਧੂ ਸਾਹਿਬ ਨੂੰ ਮਹਿਕਮਾ ਸੰਭਾਲ ਕੇ ਇਹ ਜਿਹੜਾ ਪਰਉਪਕਾਰ ਦਾ ਕੰਮ ਆ ਇਹ ਕਰਨਾ ਚਾਹੀਦਾ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਰਾਹਤ ਮਿਲ ਸਕੇ। ਜੇਕਰ ਸਿੱਧੂ ਸਾਹਿਬ ਇਹ ਕੰਮ ਕਰਦੇ ਤਾਂ ਆਮ ਆਦਮੀ ਪਾਰਟੀ ਉਹਨਾਂ ਦਾ ਸਮਰਥਨ ਕਰੂਗੀ। ਇਸ ਦੇ ਨਾਲ ਹੀ ਇਸ ਮੌਕੇ ਉਹਨਾਂ ਨੇ ਮੁਕਤਸਰ ਦੇ ਵਿੱਚ ਇੱਕ ਔਰਤ ਨਾਲ ਕਾਂਗਰਸੀ ਕਾਉਂਸਲਰ ਦੇ ਭਰਾ ਵੱਲੋਂ ਕੀਤੀ ਕੁੱਟਮਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਚੁੱਕੀ ਹੈ। ਦੇਖੋ, ਕੈਪਟਨ ਸਾਹਿਬ ਕੱਲ ਆਏ ਨੇ ਪਹਾੜਾਂ ਤੋਂ ਉਤਰ ਕੇ ਆਏ ਨੇ ਤੇ ਅੱਜ ਨੀਤੀ ਆਯੋਗ ਦੀ ਮੀਟਿੰਗ ਸੀਗੀ। ਉਸ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਜਾ ਨਹੀਂ ਰਹੇ, ਕਹਿ ਰਹੇ ਨੇ ਮੈਂ ਬਿਮਾਰ ਹੋ ਗਿਆ। ਸੋ ਕੈਪਟਨ ਸਾਹਿਬ ਦੀ ਜਿਹੜੀ ਮੈਂ ਸਮਝਦਾ ਵੀ ਉਹ ਨੀਤੀ ਆ ਵੀ ਬਿਲਕੁਲ ਹੀ ਲੋਕਾਂ ਜਾਣਾ ਨਹੀਂ, ਲੋਕਾਂ ਦੇ ਕੰਮ ਨਹੀਂ ਕਰਨੇ, ਉਹਦਾ ਅਸਰ ਥੱਲੇ ਤੱਕ ਦਿਖ ਰਿਹਾ। ਔਰ ਥੱਲੇ ਤੱਕ ਜਿਹੜੇ ਕਾਂਗਰਸੀ ਨੇਗੇ ਉਹ ਗੁੰਡਾਗਰਦੀ ਤੇ ਉਤਰੇ ਹੋਏ ਨੇਗੇ। ਔਰ ਪੰਜਾਬ ਦੇ ਵਿੱਚ ਥਾਂ ਜ਼ਮੀਨਾਂ ਤੇ ਕਬਜ਼ੇ ਹੋ ਰਹੇ ਨੇ, ਥਾਂ 20-25 ਹਜ਼ਾਰ ਨੂੰ ਲੈ ਕੇ ਇੱਕ ਮਹਿਲਾ ਨੂੰ ਕੁੱਟਮਾਰ ਹੋਈ ਆ। ਪੰਜਾਬ ਦੀ ਅਮਨ ਕਾਨੂੰਨ ਦੀ ਸਥਿਤੀ ਬਹੁਤ ਮਾੜੀ ਬਣੀ ਹੋਈ ਆ। ਕੈਪਟਨ ਸਾਹਿਬ ਪੰਜਾਬ ਦੇ ਹੋਮ ਮਿਨਿਸਟਰ ਨੇਗੇ, ਗ੍ਰਹਿ ਮੁਖੀ ਨੇ ਪੰਜਾਬ ਦੇ। ਕੈਪਟਨ ਸਾਹਿਬ ਤੋਂ ਮਹਿਕਮਾ ਨਹੀਂ ਚੱਲ ਰਿਹਾ। ਕੈਪਟਨ ਸਾਹਿਬ ਨੂੰ ਤੁਰੰਤ ਬਤੌਰ ਹੋਮ ਮਿਨਿਸਟਰ ਅਸਤੀਫਾ ਦੇਣਾ ਚਾਹੀਦਾ, ਕਿਸੇ ਹੋਰ ਨੂੰ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਆ ਤਾਂ ਕਿ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰ ਰਹੀਆਂ ਨੇ ਉਹਨਾਂ ਤੇ ਕੰਟਰੋਲ ਹੋ ਸਕੇ। ਆਓ ਤੁਹਾਨੂੰ ਇੱਥੇ ਦਿਖਾਉਂਦੇ ਹਾਂ ਕਾਂਗਰਸ ਕਾਉਂਸਲਰ ਵੱਲੋਂ ਕੀਤੀ ਉਹ ਬੇਸ਼ਰਮ ਹਰਕਤ। ਜ਼ਿਲ੍ਹਾ ਫਿਰੋਜ਼ਪੁਰ ਦੇ 24 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਸਿੱਧੂ ਦੀ ਬੀਤੀ 24 ਮਈ ਨੂੰ ਦੁਬਈ 'ਚ ਮੌਤ ਹੋ ਗਈ ਸੀ, ਜਿਸ ਦੀ ਮ੍ਰਿਤਕ ਦੇ ਸਰਬੱਤ ਦਾ ਭਲਾ ਟਰੱਸਟ ਦੇ ਸਰਪ੍ਰਸਤ ਅਤੇ ਉੱਘੇ ਸਮਾਜ ਸੇਵਕ ਡਾਕਟਰ ਐਸਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ ਅੱਜ 1 ਮਹੀਨੇ ਬਾਅਦ ਪੰਜਾਬ ਪਹੁੰਚ ਚੁੱਕੀ ਆ। ਰੋਜ਼ੀ ਰੋਟੀ ਕਮਾਉਣ ਤੇ ਪਰਿਵਾਰ ਨੂੰ ਕਰਜ਼ੇ ਦੇ ਭਾਰ ਤੋਂ ਮੁਕਤ ਕਰਨ ਦੇ ਸੁਪਨੇ ਲੈ ਕੇ ਦੁਬਈ 'ਚ ਗਏ ਜ਼ਿਲ੍ਹਾ ਫਿਰੋਜ਼ਪੁਰ ਦੇ 24 ਸਾਲਾ ਨੌਜਵਾਨ ਗੁਰਪ੍ਰੀਤ ਸਿੰਘ ਸਿੱਧੂ ਬੀਤੇ 14 ਮਈ ਨੂੰ ਦੁਬਈ 'ਚ ਹੀ ਮੌਤ ਦੇ ਮੂੰਹ ਜਾ ਪਿਆ, ਜਿਸ ਦੀ ਮ੍ਰਿਤਕ ਦੇ ਸਰਬੱਤ ਦਾ ਭਲਾ ਟਰੱਸਟ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਤੇ ਉੱਘੇ ਸਮਾਜ ਸੇਵਕ ਡਾਕਟਰ ਐਸਪੀ ਸਿੰਘ ਓਬਰਾਏ ਨੇ ਯਤਨਾਂ ਸਦਕਾ ਅੱਜ 1 ਮਹੀਨੇ ਬਾਅਦ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪਹੁੰਚ ਗਈ ਹੈ। ਫਿਰੋਜ਼ਪੁਰ ਜ਼ਿਲ੍ਹੇ ਨਾਲ ਸੰਬੰਧਿਤ ਮ੍ਰਿਤਕ ਗੁਰਪ੍ਰੀਤ ਸਿੰਘ ਹਾਲੇ 2.5 ਸਾਲ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਆਰਥਿਕ ਮੰਦਹਾਲੀ ਦੇ ਬੋਝ ਤੋਂ ਮੁਕਤ ਕਰਵਾਉਣ ਦੇ ਸੁਪਨੇ ਦਿਲ 'ਚ ਸਮੋਏ ਤੇ ਬਜ਼ੁਰਗ ਮਾਂ-ਬਾਪ ਦੀ ਤਾਕਤ ਬਣਨ ਲਈ ਮਜ਼ਦੂਰੀ ਕਰਨ ਲਈ ਦੁਬਈ ਗਿਆ ਸੀ ਕਿ ਅਚਾਨਕ
ਬੀਤੀ 29 ਮਈ ਨੂੰ ਪਤਾ ਲੱਗਾ ਕਿ ਉਸ ਦੀ ਮੌਤ ਹੋ ਗਈ ਹੈ। ਜਦ ਭਾਰਤ ਰਹਿੰਦੇ ਉਸ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਦੁਬਈ ਰਹਿੰਦੇ ਉਸ ਦੇ ਰਿਸ਼ਤੇਦਾਰਾਂ ਨੂੰ ਗੁਰਭੇਜ ਸਿੰਘ ਦੀ ਮੌਤ ਦੇ ਆਏ ਸੁਨੇਹੇ ਤੋਂ ਆਪਣੇ ਤੇ ਟੁੱਟੇ ਇਸ ਕਹਿਰ ਦਾ ਪਤਾ ਲੱਗਾ ਤਾਂ ਉਹਨਾਂ ਨੇ ਆਪਣੀ ਕਮਜ਼ੋਰ ਆਰਥਿਕ ਹਾਲਤ ਦਾ ਵਾਸਤਾ ਪਾਉਂਦਿਆਂ ਡਾਕਟਰ ਓਬਰਾਏ ਨਾਲ ਸੰਪਰਕ ਕਰਕੇ ਗੁਰਭੇਜ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜਣ ਦੀ ਅਰਜ਼ੋਈ ਕੀਤੀ, ਜਿਸ ਤੋਂ ਬਾਅਦ ਡਾਕਟਰ ਓਬਰਾਏ ਨੇ ਦੁਬਈ ਅੰਦਰ ਸਾਰੀ ਜ਼ਰੂਰਤੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਅੱਜ ਮ੍ਰਿਤਕ ਦੇਹ ਨੂੰ ਵਤਨ ਭੇਜਿਆ ਹੈ। ਇਸ ਮੌਕੇ ਦੁਬਈ ਰਹਿੰਦੇ ਗੁਰਭੇਜ ਦਾ ਰਿਸ਼ਤੇਦਾਰ ਬਲਵਿੰਦਰ ਸਿੰਘ ਨੇ ਮੀਡੀਆ ਨੂੰ ਸਾਰੀ ਜਾਣਕਾਰੀ ਦਿੱਤੀ। ਦੱਸ ਦਈਏ ਕਿ ਡਾਕਟਰ ਓਬਰਾਏ ਦੀ ਮਦਦ ਨਾਲ ਬਲਵਿੰਦਰ ਸਿੰਘ ਹੀ ਗੁਰਭੇਜ ਦੀ ਲਾਸ਼ ਨੂੰ ਪੰਜਾਬ ਲੈ ਕੇ ਆਏ ਨੇ। ਭਾਜੀ ਮੈਂ ਬਲਵਿੰਦਰ ਸਿੰਘ ਤੇ ਮੈਂ ਗੁਰਭੇਜ ਸਿੰਘ ਦੀ ਬੋਡੀ ਲੈ ਕੇ ਆਇਆ, ਮੈਂ ਉਹਦਾ ਰਿਲੇਟਿਵ ਤੇ ਉੱਥੇ ਮੇਰਾ ਇਹਨਾਂ ਨੇ ਆਪਣੇ ਐਸਪੀ ਸਾਹਿਬ ਤੇ ਉਹਨਾਂ ਦੇ ਰਾਈਟ ਹੈਂਡ ਬਲਦੀਪ ਸਿੰਘ ਚਾਹਲ ਜੀ ਨੇ ਮੇਰੇ ਨਾਲ ਬਹੁਤ ਹੈਲਪ ਕੀਤੀ ਤੇ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹਾਂ। ਬੋਡੀ ਦੇ ਹਾਲਾਤ ਠੀਕ ਨਹੀਂ ਹੈ ਕਿਉਂਕਿ ਬੋਡੀ ਕੁਝ 5 ਦਿਨ ਬਾਹਰ ਪਈ ਰਹੀ ਸੀ ਤੇ ਜਿੱਥੇ ਪਈ ਸੀ ਉਹ ਕੁਝ ਅਵਾਰ ਜਿਹਾ ਏਰੀਆ ਸੀਗਾ ਤੇ ਉੱਥੇ ਉਹਨਾਂ ਦਾ ਧਿਆਨ ਨਹੀਂ ਪਿਆ ਜਾਂ ਕੀ ਵੀ ਹੋਇਆ। ਸ਼ਾਇਦ ਬਾਅਦ ਦੇ ਵਿੱਚ ਉਹਨਾਂ ਨੇ ਸਮੈਲ ਸਮੂਲ ਆਉਣ 'ਤੇ ਕਿਸੇ ਨੇ ਦੱਸਿਆ ਵੀ ਇੱਦਾਂ ਦਾ ਕਰਕੇ ਬੋਡੀ ਪਈ ਆ ਤੇ ਪੁਲਿਸ ਨੂੰ ਫਿਰ 19 ਤਰੀਕ ਨੂੰ ਸ਼ਾਮ ਨੂੰ 4:50 ਤੇ ਮਿਲੀ ਸੀ ਬੋਡੀ। ਸਰ ਜਿਹੜਾ ਜੇ ਗੱਲ ਕੀਤੀ ਜਾਵੇ ਤਾਂ ਯੁਵਾ ਬੜੇ ਬਾਹਰ ਜਾ ਰਹੇ ਨੇ, ਕੀ ਕਹਿਣਾ ਚਾਹੋਗੇ ਯੁਵਾਵਾਂ ਨੂੰ ਤੁਸੀਂ, ਕਿਉਂਕਿ ਤੁਸੀਂ ਵੀ ਬਾਹਰ ਰਹਿੰਦੇ ਹੋਗੇ, ਤੁਸੀਂ ਦੇਖਿਆ ਹੋਗਾ ਸਮਾਂ ਨਾਲ। ਭਾਜੀ ਉੱਥੇ ਤਾਂ ਹੈ ਹੀ ਹੈ, ਕੋਈ ਚੰਗੇ ਕੰਮ 'ਚ ਚਲੇ ਜਾਂਦਾ ਤਾਂ ਕੋਈ ਮਾੜੇ ਕੰਮ ਕਰਦਾ ਵਾ ਜਾ ਕੇ, ਤਾਂ ਡਿਪੈਂਡ ਕਰਦਾ ਬੰਦੇ ਦੇ ਉੱਤੇ ਵੀ ਡਿਪੈਂਡ ਕਰਦਾ। ਅਸੀਂ ਵੀ ਤਾਂ ਹੁਣ 25-28 ਸਾਲ ਤੋਂ ਬਾਹਰ ਰਹਿੰਦੇ ਆ। ਬਾਕੀ ਤੁਹਾਡੇ ਮੁਤਾਬਕ ਕਿ ਮਰਡਰ ਲੱਗਦਾ ਹੈ ਕਿ ਕਿਸ ਤਰ੍ਹਾਂ ਦਾ ਲੱਗਦਾ ਹੈ? ਭਾਜੀ ਇਹਦੇ ਬਾਰੇ ਕੁਝ ਕਲੀਅਰ ਨਹੀਂ ਹੋਇਆ ਹੈ ਤੇ ਨਾ ਹੀ ਸੀਆਈਡੀ ਕੁਝ ਦੱਸਦੀ ਹੈ, ਕਿਉਂਕਿ ਮੈਂ ਇਹਨਾਂ ਨੂੰ ਅਪਰੋਚ ਕੀਤੀ ਸੀ ਟੈਲੀਫੋਨ ਵਾਸਤੇ ਵੀ ਉਹਨਾਂ ਦਾ ਟੈਲੀਫੋਨ ਦਿੱਤਾ ਜਾਵੇ ਮੈਨੂੰ, ਲੇਕਿਨ ਉਹ ਕਹਿੰਦੇ ਵੀ ਜਿੰਨਾ ਚਿਰ ਕਲੀਅਰੈਂਸ ਨਹੀਂ ਹੁੰਦੀ ਉਹਨਾਂ ਚਿਰ ਅਸੀਂ ਤੁਹਾਨੂੰ ਟੈਲੀਫੋਨ ਨਹੀਂ ਦੇ ਸਕਦੇ ਹੈਗੇ। ਤੇ ਇਸ ਕਰਕੇ ਜਾਣਦੇ ਵੀ ਉਹ ਸ਼ਾਇਦ ਇੰਟਰਨਲੀ ਉਹ ਚੈੱਕ ਕਰਦੇ ਹੋਣਗੇ, ਤਾਂ ਉਹ ਜ਼ਿਆਦਾ ਖੁੱਲ੍ਹ ਕੇ ਨਹੀਂ ਗੱਲ ਦੱਸਦੇ ਹੈਗੇ ਕਿਉਂਕਿ ਮੈਂ ਤਾਂ 15-20 ਦਿਨ ਫਿਰਦਾ ਰਿਹਾ ਨਾ ਪਿੱਛੇ, ਮੈਨੂੰ ਪਤਾ ਵਾ ਤੇ ਬਲਦੀਪ ਸਿੰਘ ਵੀ ਸੀਗੇ ਨਾਲ ਮੇਰੇ ਤੇ, ਲੇਕਿਨ ਉਹ ਜਿੰਨਾ ਚਿਰ ਕਲੀਅਰ ਨਹੀਂ ਹੁੰਦਾ ਉਹਨਾਂ ਚਿਰ ਉਹ ਟੈਲੀਫੋਨ ਵੀ ਨਹੀਂ ਉਹਨਾਂ ਨੇ ਸਾਨੂੰ ਹੈਂਡਓਵਰ ਕਰਨਾ। ਇਸ ਸਮੇਂ ਗੁਰਭੇਜ ਦੇ ਮਾਮੇ ਨੇ ਮੀਡੀਆ ਨਾਲ ਆਪਣਾ ਦੁੱਖ ਸਾਂਝਾ ਕੀਤਾ। ਤੁਹਾਡਾ ਔਰ ਕੀ ਕਹਿਣਾ ਚਾਹੋਗੇ ਜਿਹੜੇ ਬੱਚੇ ਦੀ ਡੈਡ ਬੋਡੀ ਆ ਰਹੀ ਹੈ? ਮੇਰਾ ਨਾਮ ਭੁਪਿੰਦਰ ਸਿੰਘ ਹੈ ਜੀ, ਪਿੰਡ ਤੂਤਾ। ਮੇਰਾ ਭਾਣਜਾ ਸੀ ਜੀ, ਅੱਜ ਤੋਂ ਕੋਈ 2.5 ਸਾਲ ਪਹਿਲਾਂ ਰੋਟੀ ਰੋਜੀ ਕਮਾਉਣ ਦੁਬਈ ਗਿਆ ਸੀ, ਉੱਥੇ ਕੰਮਕਾਰ ਕਰਦਾ ਸੀ। ਹੁਣ ਕੁਝ ਦਿਨਾਂ ਤੋਂ ਸਾਨੂੰ ਪਤਾ ਚੱਲਿਆ ਕਿ ਉਹਦਾ ਫੋਨ ਨਹੀਂ ਲੱਗਦਾ। ਅਸੀਂ ਉਹਦੀ ਪੈਰਵਾਈ ਕੀਤੀ, ਉੱਥੇ ਸਾਡੇ ਜੀਜਾ ਜੀ ਬਲਵਿੰਦਰ ਸਿੰਘ ਨਾਲ ਆਏ ਆ। ਇਹ ਉੱਥੇ ਹੀ ਸਾਡੀ ਭੈਣ ਨੇ ਜੀਜਾ ਜੀ ਨੇ ਪੈਰਵਾਈ ਕੀਤੀ, ਉੱਥੇ ਪੈਰਵਾਈ ਕਰਕੇ ਉਹਨਾਂ ਸਾਨੂੰ ਦੱਸਿਆ ਕਿ ਆਪਣਾ ਬੇਟਾ ਨਹੀਂ ਰਿਹਾ। ਅੱਜ ਉਹ ਸਾਡੇ ਜੀਜਾ ਜੀ ਡੈੱਡ ਬੋਡੀ ਲੈ ਕੇ ਇੱਥੇ ਪਹੁੰਚੇ ਆ, ਅਸੀਂ ਅੱਗੋਂ ਲੈਣ ਵਾਸਤੇ ਆਏ ਆ। ਬਾਕੀ ਸਾਡੇ ਜੀਜਾ ਜੀ ਆਏ ਆ, ਉਹਨਾਂ ਨੂੰ ਜ਼ਿਆਦਾ ਗੱਲ ਦਾ ਉੱਥੋਂ ਦੀ ਦਾ ਪਤਾ ਹੋਊਗਾ। ਇੱਥੋਂ ਦੇ ਜੋ ਹਾਲਾਤ ਆ ਸਾਡੇ ਜੀਜਾ ਜੀ ਦੇ ਭੈਣ ਜੀ ਦੇ ਬਹੁਤ ਮਾੜੇ ਆ। ਜੋ ਗੁਰੂ ਸਾਹਿਬ ਨੇ ਸਾਨੂੰ ਸਦਮਾ ਦਿੱਤਾ ਹੈ, ਹੁਣ ਚੱਲਾਂਗੇ ਜੀ ਜੋ ਵੀ ਪਰਮਾਤਮਾ। ਕਿਸ ਤਰ੍ਹਾਂ ਪਤਾ ਲੱਗਾ ਸੀਗਾ? ਸਾਨੂੰ ਜੀ ਫੋਨ ਨਹੀਂ ਲੱਗ ਰਿਹਾ ਉਹਦਾ, ਅਸੀਂ ਫੋਨ ਦੀ ਟਰਾਈ ਕਰ ਰਹੇ ਸੀ ਵਾਰ-ਵਾਰ ਤੇ ਫੋਨ ਜਦੋਂ ਨਾ ਹੀ ਲੱਗਾ ਫਿਰ ਅਸੀਂ ਇਹਨਾਂ ਨੂੰ ਜੀਜਾ ਜੀ ਉਹਨਾਂ ਨੂੰ ਫੋਨ ਕੀਤਾ ਕਿ ਤੁਸੀਂ ਇੱਥੇ ਰਹਿੰਦੇ ਜੇ ਤੇ ਉਹਦਾ ਪਤਾ ਕਰੋ। ਜ਼ਿਆਦਾ ਕਰਕੇ ਜਦੋਂ ਛੁੱਟੀਆਂ ਹੁੰਦੀਆਂ ਇਹਨਾਂ ਕੋਲ ਚਲੇ ਜਾਂਦਾ ਸੀ, ਪਰ ਹੁਣ ਐਰਕੀ ਉਹ ਥੋੜ੍ਹਾ ਜਿਹਾ ਗੱਡੀ ਬਾਹਰ ਖੜਦਾ ਸੀ, ਨਹੀਂ ਹੀ ਗਿਆ। ਤੇ ਉਦੋਂ ਬਾਅਦ ਫਿਰ ਇਹਨਾਂ ਨੇ ਜਿੰਨੀ ਵੀ ਉੱਥੇ ਕਾਰਵਾਈ ਭੱਜ ਨੱਸ ਕੀਤੀ, ਫਿਰ ਜਾ ਕੇ ਇਹਨਾਂ ਨੇ ਉੱਥੇ ਦੱਸਿਆ ਕਿ ਅਸੀਂ ਡੈੱਡ ਬੋਡੀ ਦੇਖ ਕੇ ਆਏ ਹਾਂ। ਇਹਨਾਂ ਨੂੰ ਕਾਫੀ ਦਿਨਾਂ ਬਾਅਦ ਡੈੱਡ ਬੋਡੀ ਜਿਹੜੀ ਆ ਉੱਥੋਂ ਮਿਲੀ ਸੀ। ਫਿਰ ਜੋ ਵੀ ਛੁੱਟੀਆਂ ਚੱਲ ਰਹੀਆਂ ਸੀ ਉੱਥੇ ਰੋਜ਼ੇ ਰਾਜਿਆਂ ਦੀਆਂ, ਹੁਣ ਛੁੱਟੀਆਂ ਖਤਮ ਹੋਈਆਂ ਤੇ ਇਹਨਾਂ ਨੇ ਕਾਰਵਾਈ ਕਰਕੇ ਤੇ ਅੱਜ ਜੀਜਾ ਜੀ ਨਾਲ ਆਏ। ਕਿੰਨਾਂ ਨੇ ਡੈਡ ਬੋਡੀ ਲਿਆਂਦੀ ਹੈ ਜੀ ਨਾਲ? ਬਲਵਿੰਦਰ ਸਿੰਘ ਆਏ ਜੀ, ਇਹ ਲੁਧਿਆਣੇ ਤੋਂ ਆ ਤੇ ਸਾਡੇ ਜੀਜਾ ਜੀ ਆ ਭੂਆ ਜੀ ਦੇ ਜਵਾਈ ਆ। ਸਾਡੀ ਭੂਆ ਜੀ ਦੀ ਬੇਟੀ ਵੀ ਉੱਥੇ ਰਹਿੰਦੀ ਆ। ਇਹ ਸਮੇਤ ਪਰਿਵਾਰ ਹੀ ਕਾਫੀ ਟਾਈਮ ਤੋਂ ਉੱਥੇ ਰਹਿੰਦੇ ਆ। ਕਿੰਨੇ ਦਿਨਾਂ ਤੱਕ ਕਿਹਦੇ ਸਹਾਰੇ ਤੋਂ ਡੈਡ ਬੋਡੀ ਲੈਂਦੀ ਹੈ, ਕਿਹੜੇ ਟਰਸਟ ਤੋਂ? ਇਹ ਜੀ ਮੈਨੂੰ ਬਾਹਲਾ ਨਹੀਂ ਪਤਾ, ਮੈਨੂੰ ਤੇ ਮੇਰੀ ਤੇ ਗੱਲ ਜੀਜਾ ਜੀ ਨਾਲ ਹੁੰਦੀ ਰਹੀ ਆ ਤੇ ਜੀਜਾ ਜੀ ਉਹਨਾਂ ਨੇ ਜੋ ਗਾੜੀ ਉਹਨਾਂ ਨੇ ਜਿੰਨਾ ਰਾਬਤਾ ਕਾਇਮ ਕੀਤਾ ਹੋਊਗਾ। ਲੋਕ ਸਭਾ ਚੋਣਾਂ ਦੇ ਪ੍ਰਚਾਰ ਸਮੇਂ ਤੋਂ ਹੀ ਸੁਨੀਲ ਜਾਖੜ ਵੱਲੋਂ ਦਾਅਵੇ ਕੀਤੇ ਜਾ ਰਹੇ ਸੀ ਕਿ ਚੋਣਾਂ ਤੋਂ ਬਾਅਦ ਸਨੀ ਦਿਓਲ ਮੁੜ ਪੰਜਾਬ 'ਚ ਨਜ਼ਰ ਨਹੀਂ ਆਉਣਗੇ, ਪਰ ਸਨੀ ਦਿਓਲ ਨੇ ਇੱਕ ਵਾਰ ਫਿਰ ਪੰਜਾਬ 'ਚ ਵਾਪਸੀ ਕਰਕੇ ਸਾਰੀਆਂ ਗੱਲਾਂ ਦਾ ਖੰਡਨ ਕਰ ਦਿੱਤਾ। ਦੱਸ ਦਈਏ ਕਿ ਜਦੋਂ ਸਨੀ ਕਰਤਾਰਪੁਰ ਕੋਰੀਡੋਰ ਦਾ ਦੌਰਾ ਕਰਨ ਪਹੁੰਚੇ ਤਾਂ ਪੰਜਾਬੀ ਐਕਟਰ ਦੀਪ ਸਿੱਧੂ ਵੀ ਉਹਨਾਂ ਨਾਲ ਨਜ਼ਰ ਆਏ, ਪਰ ਇਸ ਮੌਕੇ ਉਹਨਾਂ ਨੇ ਮੀਡੀਆ ਤੋਂ ਆਪਣੀ ਦੂਰੀ ਬਣਾ ਕੇ ਰੱਖੀ।
ਬਾਲੀਵੁੱਡ ਐਕਟਰ ਅਤੇ ਲੋਕ ਸਭਾ ਗੁਰਦਾਸਪੁਰ ਸੰਸਦ ਭਾਜਪਾ ਦੇ ਸਨੀ ਦਿਓਲ ਚੋਣਾਂ ਤੋਂ ਬਾਅਦ ਪਹਿਲੀ ਵਾਰ ਪੰਜਾਬ 'ਚ ਆ ਚੁੱਕੇ ਨੇ, ਜਿੱਥੇ ਪਹੁੰਚ ਉਹਨਾਂ ਨੇ ਸਰਹੱਦ ਤੇ ਤਿਆਰ ਹੋ ਰਹੇ ਕਰਤਾਰਪੁਰ ਕੋਰੀਡੋਰ ਦਾ ਦੌਰਾ ਕੀਤਾ। ਪਰ ਇਸ ਗੱਲ ਨੇ ਸਭ ਨੂੰ ਹੈਰਾਨ ਕਰ ਦਿੱਤਾ ਕਿ ਸਨੀ ਨੇ ਮੀਡੀਆ ਅਤੇ ਲੋਕਾਂ ਤੋਂ ਕਾਫੀ ਦੂਰੀ ਬਣਾ ਕੇ ਰੱਖੀ। ਦੱਸ ਦਈਏ ਕਿ ਸਨੀ ਦਿਓਲ ਚੋਣਾਂ 'ਚ ਕਾਂਗਰਸ ਦੇ ਦਿੱਗਜ ਲੀਡਰ ਸੁਨੀਲ ਜਾਖੜ ਨੂੰ ਵੱਡੀ ਲੀਡ ਨਾਲ ਹਰਾ ਕੇ ਸੰਸਦ ਬਣੇ ਨੇ। ਚੋਣਾਂ ਦੇ ਪ੍ਰਚਾਰ ਸਮੇਂ ਤੋਂ ਹੀ ਸੁਨੀਲ ਵੱਲੋਂ ਦਾਅਵੇ ਕੀਤੇ ਜਾ ਰਹੇ ਸੀ ਕਿ ਸਨੀ ਚੋਣਾਂ ਤੋਂ ਬਾਅਦ ਮੁੜ ਪੰਜਾਬ ਨਹੀਂ ਆਉਣਗੇ, ਪਰ ਸਨੀ ਨੇ ਇੱਕ ਵਾਰ ਫਿਰ ਪੰਜਾਬ ਵਾਪਸੀ ਕਰਕੇ ਸਾਰੀਆਂ ਗੱਲਾਂ ਦਾ ਖੰਡਨ ਕਰ ਦਿੱਤਾ। ਦੱਸ ਦਈਏ ਕਿ ਜਦੋਂ ਸਨੀ ਕਰਤਾਰਪੁਰ ਕੋਰੀਡੋਰ ਦਾ ਦੌਰਾ ਕਰਨ ਪਹੁੰਚੇ ਤਾਂ ਪੰਜਾਬੀ ਐਕਟਰ ਦੀਪ ਸਿੱਧੂ ਵੀ ਉਹਨਾਂ ਨਾਲ ਨਜ਼ਰ ਆਏ। ਇਸ ਮੌਕੇ ਨੈਸ਼ਨਲ ਹਾਈਵੇ ਅਥਾਰਟੀ ਦੇ ਅਧਿਕਾਰੀ ਜਤਿੰਦਰ ਕੁਮਾਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਨੀ ਦਿਓਲ ਨੇ ਇੱਥੇ ਪਹੁੰਚ ਕੇ ਪੂਰੀ ਬਰੀਕੀ ਨਾਲ ਸਾਰਾ ਜਾਇਜ਼ਾ ਲਿਆ ਅਤੇ ਚੱਲ ਰਹੇ ਕੰਮ ਦੀ पूरी जानकारी हासिल की थी। मैं सनी देओल साहब की शुक्रिया अदा करता हूं, उन्होंने इमीडिएट जो जीतने के बाद जो है यहाँ के लोगों से मिलने आया और आने के साथ साथ उन्होंने सबसे पहले करतारपुर साहब का दर्शन किया और आके इन्होंने इंस्पेक्शन किया, सो काम किस गति से चल रहा है। इंस्पेक्शन के दौरान उनकी बड़ी सेटिस्फेक्शन हुई और उन्होंने बड़े अच्छे ढंग से कहा, सो हम भारतीय जो है काम बड़े अच्छे ढंग से कर रहे हैं और जो हमने टाइम लाइन फिक्स किया है सितंबर में काम करने का, वो टाइम में पूरा काम हो जाएगा। तो और उन्होंने काम को देख के बड़ी खुशी व्यक्त की और उन्होंने कहा कि ये काम जो है सितंबर के अंदर में पूरी तरह से कंप्लीट है। के डिस्कशन हुआ है पाकिस्तान से, उन्होंने पूछा सो वो पाकिस्तान क्यों नहीं काम अभी जो 300 मीटर पे नहीं कर रहा है, तो हमने बताया सो अभी लास्ट मीटिंग में डिसीजन हुआ था उधर काउजवे बनाना है, तो वो डिसीजन अभी तक जो है पाकिस्तान की तरफ से मुकम्मल नहीं हुआ है, तो रीजन इसलिए वो काम रुका हुआ है। तो मिनिस्ट्री ने इसके अप्रोच किया हुआ है और डिसीजन आ जाएगा इसके ऊपर में, सो वो क्या करना। लेकिन हम जो डिज़ाइन ड्राइंग हमारे भारत के तरफ से जो बना है, हम उसी डिज़ाइन ड्राइंग पे काम कर रहे हैं और उससे ये हमारा काम हर एक जगह उन्होंने स्टार्ट किया जीरो से लेके और पैदल चल के सारे 3.65 किलोमीटर का मुआयना किया। उन्होंने पैदल चल के एक एक जगह को देखा, एक एक जगह को देखा और उन्हें तसल्ली भी जाहिर की, सो हम ये काम बहुत अच्छा कर रहे हैं। ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਇਲਾਕੇ 'ਚ ਮੀਂਹ ਝੱਖੜ ਅਤੇ ਗੜੇਮਾਰੀ ਨਾਲ ਕਿਸਾਨਾਂ ਦੀ ਬਿਲਕੁਲ ਤਬਾਹ ਹੋਈ ਨਰਮੇ ਦੀ ਫਸਲ ਕਾਰਨ ਕਿਸਾਨ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ, ਜਿੱਥੇ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜੀਤਮਿੰਦਰ ਸਿੰਘ ਸਿੱਧੂ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਸਰਕਾਰ ਤੋਂ ਤੁਰੰਤ ਗਿੱਦੜਬਾਈ ਕਰਕੇ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਦੀ ਮੰਗ ਕੀਤੀ। ਉੱਥੇ ਹੀ ਕਿਸਾਨਾਂ ਨੇ ਖੇਤੀਬਾੜੀ ਵਿਭਾਗ ਦੇ ਉੱਚ ਅਧਿਕਾਰੀਆਂ ਵੱਲੋਂ ਬਹੁਤਾ ਨੁਕਸਾਨ ਨਾ ਹੋਣ ਦੇ ਦਿੱਤੇ ਬਿਆਨ ਦਾ ਵਿਰੋਧ ਵੀ ਕੀਤਾ। ਹਾਂਜੀ, ਕੀ ਨਾਮ ਹੈ? रूप सिंह जी। ਰੂਪ ਸਿੰਘ ਜੀ, ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਜੀ ਦਾਲ ਵੀ ਨਹੀਂ ਛੱਡਿਆ, ਗੋਡੇ ਗੋਡੇ ਨਰਮਾ ਸੀ, ਪੱਤੇ ਵੀ ਨਹੀਂ ਛੱਡੇ, ਡੰਡੀਆਂ ਖੜੀਆਂ ਤੁਸੀਂ ਆਪ ਵੇਖੋਗੇ ਇੰਨੀਆਂ। ਤੇ ਖੇਤੀਬਾੜੀ ਵਾਲੇ ਕਹਿੰਦੇ ਵੀ ਉੱਤੋਂ ਤੋਂ ਪੱਤੇ ਝੜੇ ਆ, ਕੱਲੇ ਵਿੱਚੋਂ ਦੁਬਾਰੇ ਪੁੰਗਰ ਜੂ ਸਾਰਾ ਦੁਬਾਰੇ ਹੱਲ ਹੋ ਜਾਊਗਾ। ਅਸੀਂ ਲੱਖ ਰੁਪਈਆ ਦੇਵਾਂਗੇ ਕਿੱਲੇ ਦਾ ਜੇ ਪਾਸ ਹੋ ਜੇ, ਉਹ 1 ਕਿੱਲਾ ਹੀ ਪਾਸ ਕਰ ਦੇਣ, ਉਹ ਭੋਰਾ ਵੀ ਨਹੀਂ ਹੁੰਦਾ, ਪਾ ਹੀ ਜਾਂਦੇ ਨੇ ਸਾਰੇ, ਕੋਈ ਗੁਆਰਾ ਬੀਜੂਗਾ ਵੀ ਗਿੱਲਾ ਹੈ, ਦੁਬਾਰੇ ਸਾਡੇ ਨਹਿਰੀ ਪਾਣੀ ਨਹੀਂ। ਬਹੁਤ ਨਿਸ਼ਕਾਨ ਹੋਈ, 100% ਹੀ ਨਿਸ਼ਕਾਨ ਆ, ਕਿਤੇ ਭੋਰੇ ਨਹੀਂ ਛੱਡਿਆ ਪੱਤੀ ਤਾਂ, ਸਾਰੀ ਪੱਤੀ 'ਚ ਜਾ ਕੇ ਵੇਖੋ ਮੌਕਾ, ਭੋਰਾ ਵੀ ਨਹੀਂਗਾ, 100% ਆ ਨਿਸ਼ਕਾਨ। ਗੜਿਆਂ ਦੀ ਮਾਰ ਹੈ ਜੀ ਸਾਰੀ, ਬਹੁਤ ਜ਼ਿਆਦਾ ਗੜਿਆਂ ਦੀ ਮਾਰ ਆ। ਕਿਹੜੀ ਫਸਲ ਦਾ ਨੁਕਸਾਨ ਹੋਇਆ? ਨਰਮੇ ਦਾ ਜੀ, ਨਰਮੇ ਹੀ ਸੀਗਾ ਸਾਡੇ ਜੀ ਵੱਧ, ਨਰਮੇ ਦਾ ਨਿਸ਼ਕਾਨ ਪੂਰਾ ਜਾ ਚੁੱਕੇ ਆ। ਕਿੰਨਾ ਖਰਚਾ ਕਰਤਾ ਸੀ, ਹੁਣ ਕੀ ਖਰਚਾ ਤਾਂ 8-10 ਹਜ਼ਾਰ ਆ ਗਿਆ ਜੀ ਸਭ ਤੋਂ। ਇਸ ਤਾਂ ਹੁਣ ਕਿਰਾਏ ਤੇ ਵਾਹਣ ਵਾਹਿਆ 8-10 ਹਜ਼ਾਰ ਰੁਪਇਆ ਖਰਚਾ ਆ ਗਿਆ। ਮੇਰੇ ਕੋਲ 5 ਏਕੜ ਜ਼ਮੀਨ ਠੇਕੇ ਤੇ ਆ ਵਾਹਣ, 5 ਮੈਂ ਜਣੇ ਕਿਰਾਏ ਤੇ ਵਹਾਇਆ ਬਜਾਇਆ, 8-7 ਹਜ਼ਾਰ ਰੁਪਇਆ ਉੱਤੇ ਖਰਚਾ ਆ ਗਿਆ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਹਲਕਾ ਤਲਵੰਡੀ ਸਾਬੋ ਦੇ ਲਗਭਗ 25 ਪਿੰਡਾਂ ਦੇ ਵਿੱਚ ਜੋ ਪਿਛਲੇ ਦਿਨੀ ਗੜੇਮਾਰੀ ਹੋਈ ਹੈ, ਉਹਦੇ ਨਾਲ ਨਰਮੇ ਦੀ ਫਸਲ 100% ਬਰਬਾਦ ਹੋ ਗਈ ਹੈ। ਤੇ ਮੈਂ ਹੁਣ ਨੰਗਲੇ ਪਿੰਡ ਵਿੱਚ ਖੜਾ ਤੇ ਉਸ ਖੇਤ ਵਿੱਚ ਖੜਾ ਜਿੱਥੇ ਨਰਮਾ ਬੀਜਿਆ ਹੋਇਆ ਸੀ, ਤੇ ਅੱਜ ਇੱਕ ਵੀ ਨਰਮੇ ਦਾ ਬੂਟਾ ਇੱਥੇ ਦਿਖਦਾ ਨਹੀਂ। ਤੇ ਲੋਕਾਂ ਨੇ ਤਾਂ ਪਿਛਲੇ ਦਿਨਾਂ 'ਚੋਂ ਜਿੱਥੇ ਜਿੱਥੇ ਨੁਕਸਾਨ ਹੋਇਆ ਸੀ ਉੱਥੇ ਆਪਦੇ ਬਾਣ ਵੀ ਵਾਹੁਣੇ ਸ਼ੁਰੂ ਕਰ ਦਿੱਤੇ। ਮੈਂ ਤਾਂ ਇਹੀ ਕਹਿਣਾ ਕਿ ਰੱਬ ਦੀ ਐਡੀ ਵੱਡੀ ਇੱਕ ਰੂਪੀ ਹੋਈ ਹੈ ਕਿਸਾਨਾਂ ਦੇ ਉੱਤੇ, ਤੇ ਪਹਿਲਾਂ ਹੀ ਕਿਸਾਨੀ ਮਰੀ ਪਈ ਹੈ, ਤੇ ਹੁਣ ਮੌਕਾ ਹੈ ਕਿ ਪੰਜਾਬ ਸਰਕਾਰ ਜਾਗੇ। ਤੇ ਮੇਰੇ ਜਿਹੜੇ ਇੱਥੇ ਕਿਸਾਨ ਵੀਰ ਨੇ, ਘੱਟੋ ਘੱਟ 4000 ਹੈਕਟਰ ਨਰਮਾ ਖਰਾਬ ਹੋਇਆ ਹਲਕਾ ਤਲਵੰਡੀ ਸਾਬੋ ਦੇ ਵਿੱਚ, 25 ਪਿੰਡ ਨੇ, ਤੇ ਇਹਨਾਂ ਨੂੰ ਵੱਧ ਤੋਂ ਵੱਧ ਮੁਆਵਜ਼ਾ, ਘੱਟੋ ਘੱਟ ਮੈਂ ਸਮਝਦਾ 50,000 ਰੁਪਇਆ ਏਕੜ, ਕਿਉਂਕਿ ਹੁਣ ਫਸਲ ਵੀ ਹੋਰ ਕੋਈ ਬੀਜੀ ਨਹੀਂ, ਸਮਾਂ ਇਹੋ ਜਿਹਾ ਆ ਗਿਆ ਫਸਲ ਵੀ ਹੋਰ ਕੋਈ ਬੀਜੀ ਨਹੀਂ ਜਾਣੀ। ਇਕੱਲਾ ਇਹੀ ਨਹੀਂ, ਇੱਕ ਜਿੱਥੇ ਕਿਸਾਨ ਦਾ ਨਰਮਾ ਮਰਿਆ
ਉੱਥੇ ਨਾਲ ਜਿਹੜਾ ਕਿਸਾਨ ਦਾ ਨਾਲ ਮੋਢੇ ਨਾਲ ਮੋਢਾ ਲਾ ਕੇ ਦਿਹਾੜੀ ਕਰ ਰਿਹਾ ਸੀ, ਉਹਦੀ ਵੀ ਦਿਹਾੜੀ ਮਰ ਗਈ। ਤੇ ਇੱਕ ਹੋਰ ਗੱਲ ਵੱਡੀ ਆ ਰਹੀ ਹੈ ਸਾਹਮਣੇ, ਜੋ ਹੁਣ ਮੈਂ ਪਿੰਡਾਂ 'ਚ ਗਿਆ, ਕਿ ਲੋਕਾਂ ਨੇ 20-20, 25-25, 30-30 ਹਜ਼ਾਰ ਰੁਪਈਆ ਠੇਕੇ ਤੇ ਲੈ ਕੇ ਨਰਮਾ ਬੀਜਿਆ ਸੀ। ਠੇਕਾ ਉਹਨਾਂ ਨੇ ਦੇ ਦਿੱਤਾ, ਤੇ ਜਿਹਨੇ ਠੇਕਾ ਲੈ ਲਿਆ ਉਹਦੇ ਵਾਸਤੇ ਤਾਂ ਉਹਨੂੰ ਪੈਸਾ ਮਿਲ ਗਿਆ, ਪਰ ਜਿਹਨੇ ਠੇਕੇ ਤੇ ਵਾਹਨ ਲਿੱਤਾ ਉਹਨੇ ਬੀਜ ਕੇ ਉਹਦਾ ਨਰਮਾ ਮਰ ਗਿਆ, ਉਹਦਾ ਤਾਂ ਦੂਰਾ ਨੁਕਸਾਨ ਹੋ ਗਿਆ। ਸੋ ਸਰਕਾਰ ਨੂੰ ਜਲਦੀ ਤੋਂ ਜਲਦੀ ਗਰਦੌਰੀ ਕਰਾਉਣੀ ਚਾਹੀਦੀ ਹੈ, ਸਪੈਸ਼ਲ ਗਰਦੌਰੀ ਹੋਣੀ ਚਾਹੀਦੀ ਹੈ, ਤੇ 50,000 ਰੁਪਈਆ ਉਹ, ਤੇ ਘੱਟੋ ਘੱਟ 10,000 ਰੁਪਈਆ ਜਿਹੜੇ ਮੇਰੇ ਗਰੀਬ ਪਰਿਵਾਰ ਨੇ, ਨਿਰਭਰ ਨੇ ਖੇਤੀ ਦੇ ਨਾਲ ਦਿਹਾੜੀ ਕਰਕੇ, ਉਹਨਾਂ ਨੂੰ ਪੈਸਾ ਮਿਲਣਾ ਚਾਹੀਦਾ। ਇਕੱਲਾ ਇਹ ਨਹੀਂ, ਕਈ ਪਿੰਡਾਂ ਵਿੱਚ ਮੈਂ ਹੁਣ ਇਹ ਵੀ ਦੇਖਿਆ ਕਿ ਜਿੱਥੇ ਚਰੀ ਬੀਜੀ ਹੋਈ ਸੀ ਉਹ ਵੀ ਸਾਰੀ ਬਰਬਾਦ ਹੋ ਗਈ ਹੈ, ਤੇ ਜੋ ਚਰੀ ਬਰਬਾਦ ਹੋਈ ਹੈ ਉਹਦਾ ਵੀ ਮੁਆਵਜ਼ਾ ਮੇਰੇ ਕਿਸਾਨ ਵੀਰਾਂ ਨੂੰ ਮਿਲਣਾ ਚਾਹੀਦਾ। ਸੋ ਮੈਂ ਉਮੀਦ ਕਰੂੰਗਾ ਕਿ ਜਿਸ ਤਰੀਕੇ ਨਾਲ ਸਾਡੀ ਸਰਕਾਰ ਵੇਲੇ ਸਰ ਪ੍ਰਕਾਸ਼ ਸਿੰਘ ਜੀ ਬਾਦਲ ਨੇ ਜਦੋਂ ਨਰਮੇ ਤੇ ਇਹ ਨੁਕਸਾਨ ਹੋਇਆ ਸੀ, ਤੇ ਅਸੀਂ 70 ਕਰੋੜ ਰੁਪਈਆ ਸਮੁੱਚੇ ਹਲਕੇ ਤਲਵੰਡੀ ਸਾਬੋ ਵਿੱਚ ਉਹ ਵੰਡਿਆ ਸੀ। ਨਾਲ 15 ਕਰੋੜ ਰੁਪਈਆ ਅਸੀਂ ਗਰੀਬ ਪਰਿਵਾਰਾਂ ਨੂੰ, ਦਿਹਾੜੀ ਵਾਲਿਆਂ ਨੂੰ, ਉਹਨਾਂ ਨੂੰ ਉਹ ਦਿੱਤਾ ਸੀ। ਮੈਂ ਸਮਝਦਾ ਕਿ ਉਹ 4 ਸਾਲ ਪਹਿਲਾਂ ਦੀ ਗੱਲ ਸੀ, ਤੇ ਹੁਣ ਤਾਂ ਲੋੜ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਮੁਆਵਜ਼ਾ ਦੇ ਕੇ ਇਹ ਕਿਸਾਨਾਂ ਨੂੰ ਹੁਣ ਮੌਕਾ ਹੈ ਕਿ ਇਹਨਾਂ ਨੂੰ ਪੈਰਾਂ ਆਪਾਂ ਖੜੇ ਕਰੀਏ, ਨਹੀਂ ਤਾਂ ਬਹੁਤ ਇਹਨਾਂ ਵਾਸਤੇ ਔਖਾ ਆਉਣ ਵਾਲਾ ਸਮਾਂ ਹੋ ਜਾਣਾ ਹੈ। ਇਹ ਸਨ ਹੁਣ ਤੱਕ ਦੀਆਂ ਤਾਜ਼ਾ ਖਬਰਾਂ। ਤਾਜ਼ਾ ਤਰੀਨ ਖਬਰਾਂ ਦੇ ਨਾਲ ਫਿਰ ਮਿਲਾਂਗੇ, ਤਦ ਤੱਕ ਲਈ ਮੈਨੂੰ ਦਿਓ ਆਗਿਆ। ਸਤਿ ਸ਼੍ਰੀ ਅਕਾਲ। ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ। ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ।